ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਪਹਿਲੀ ਵੀਡੀਓ ਵਿੱਚ ਅਸੀਂ ਵਿਦੇਸ਼ੀ ਗੁਰਦੁਆਰੇ ਦੇ ਪ੍ਰਬੰਧਕੀ ਢਾਂਚੇ ਬਾਰੇ ਵਿਚਾਰ ਸਾਂਝੇ ਕੀਤੇ ਸੀ। ਰਹਿੰਦੇ ਵਿਦੇਸ਼ੀ ਗੁਰਦੁਆਰਿਆਂ ਬਾਰੇ ਅਸੀਂ ਇਸ ਵੀਡੀਓ 'ਚ ਵਿਚਾਰ ਸਾਂਝੇ ਕਰਾਂਗੇ। ਵੈਸੇ ਤਾਂ ਮਲੇਸ਼ੀਆ ਮਾਹੌਲ ਜੈਸਾ ਹੀ ਹੈ। ਮਲੇਸ਼ੀਆ ਦਾ ਮਾਹੌਲ ਸਿੰਗਾਪੁਰ ਜੈਸਾ ਹੀ ਹੈ। ਸੰਗਤ ਤੇ ਮਾਹੌਲ ਵੀ ਇੱਕੋ ਜਿਹਾ ਹੈ। ਮੁਲਕ ਵੱਡਾ ਹੋਣ ਕਰਕੇ ਸਿੱਖ ਕਾਫੀ ਤਾਦਾਦ ਵਿੱਚ ਫੈਲੇ ਹੋਏ ਹਨ। ਸਿੱਖੀ ਦਾ ਪਰਚਮ ਲਹਿਰਾਇਆ ਹੋਇਆ ਹੈ। ਗੁਰਦੁਆਰੇ ਵੀ ਕਾਫੀ ਤਾਦਾਦ ਵਿੱਚ ਹਨ। ਗੁਰਮਤਿ ਵਿਰੋਧੀ ਸਾਧ ਤੇ ਭਿੰਡੀ ਗੁਰੂਆਂ ਦਾ ਜ਼ਿਕਰ ਜੋ ਸਿੰਗਾਪੁਰ ਵਿੱਚ ਵੇਖਣ ਨੂੰ ਮਿਲਦਾ ਹੈ, ਉਸਦੇ ਕੁਝ ਛਿੱਟੇ ਮਲੇਸ਼ੀਆ ਵਿੱਚ ਵੀ ਦਿਖਾਈ ਦਿੰਦੇ ਹਨ। ਆਰਥਿਕ ਤੌਰ ਤੇ ਮਲੇਸ਼ੀਆ ਦੇ ਸਿੱਖ ਦਰਮਿਆਨੀ ਹਾਲਤ ਵਿੱਚ ਹਨ ਅਤੇ ਧਾਰਮਿਕ ਤਲ ਤੇ ਵੀ ਇਹਨਾਂ ਦੀ ਹਾਲਤ ਦਰਮਿਆਨੀ ਹੀ ਹੈ। ਕੁੱਲ ਮਿਲਾ ਕੇ ਉਮੀਦ ਕੀਤੀ ਜਾ ਸਕਦੀ ਹੈ ਕਿ ਸਿੱਖੀ ਸਰੂਪ ਵਿੱਚ ਸ਼ਾਇਦ ਨਿਖਾਰ ਆ ਜਾਵੇ। ਇੱਕ ਦੋ ਅਸਥਾਨਾਂ ਨੂੰ ਛੱਡ ਕੇ ਪ੍ਰਬੰਧਕੀ ਢਾਂਚਾ ਤਾਮੀਰੀ ਰੁਚੀਆਂ ਤੋਂ ਵਾਜਾ ਹੈ। ਗੁਰਦੁਆਰੇ ਬਹੁਤ ਸ਼ਾਨਦਾਰ ਅਤੇ ਵੱਡੇ ਹਨ, ਪਰ ਸਤਸੰਗ ਦੇ ਸਟਾਫ ਨਾਮਾਤਰ ਹਨ। ਵਿਦੇਸ਼ੀ ਪਰੰਪਰਾ ਦੇ ਮੁਤਾਬਕ ਗਮੀ, ਸ਼ਾਦੀ ਜਾਂ ਐਤਵਾਰ ਨੂੰ ਸਿੱਖਾਂ ਦੀਆਂ ਸਹੂਲਤਾਂ ਦਿਖਾਈ ਦਿੰਦੀਆਂ ਹਨ, ਜਿਨ੍ਹਾਂ ਵਿੱਚ ਅੱਧੇ ਆਪਣੀਆਂ ਸਹੂਲਤਾਂ ਵਿਗਾੜ ਬੈਠੇ ਹਨ। ਗੁਰਦੁਆਰੇ ਉਚਾਰਨ ਦੀ ਬਿਰਤੀ ਤੇ ਗੁਰੂ ਵੱਲੋਂ ਹੋਈ ਕਿਰਪਾ ਦਾ ਸਦਕਾ ਹਾਂਗਕਾਂਗ ਵਿੱਚ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ। ਹਫ਼ਤੇ ਵਿੱਚ 2 ਦਿਨ ਇਕੱਠ ਹੁੰਦਾ ਹੈ। ਵਿਸ਼ੇਸ਼ ਹਾਲਤਾਂ ਵਿੱਚ ਰੋਜ਼ਾਨਾ ਵੀ ਹੋ ਜਾਂਦਾ ਹੈ। ਆਰਥਿਕ ਤੇ ਧਾਰਮਿਕ ਹਾਲਾਤ ਇੱਥੇ ਵੀ ਦਰਮਿਆਨੇ ਹੀ ਹਨ। ਆਮ ਗੁਰਦੁਆਰਿਆਂ ਵਾਂਗ ਇੱਥੋਂ ਦਾ ਪ੍ਰਬੰਧਕੀ ਨਿਜ਼ਾਮ ਵੀ ਗੁਰਦੁਆਰੇ ਦੀ ਦੇਖ ਰੇਖ ਕਰਨ ਤੇ ਹਫ਼ਤੇ ਵਿੱਚ 2 ਦਿਨ ਦੇ ਇਕੱਠ ਕਰਨ ਤੱਕ ਹੀ ਸੀਮਿਤ ਹੈ। ਰਕਬੇ ਦੇ ਹਿਸਾਬ ਨਾਲ ਫੈਲੇ ਹੋਏ ਇਸ ਵਿਸ਼ਾਲ ਮੁਲਕ ਵਿੱਚ ਸਿੱਖ ਫੈਲੇ ਹੋਏ ਹਨ। ਧੰਦੇ ਨੂੰ ਚਲਾਉਣ ਵਿੱਚ ਇੱਥੋਂ ਦੇ ਸਿੱਖ ਸਫਲ ਹੋਏ ਹਨ, ਪਰ ਧੰਦੇ ਦੇ ਨਾਲ ਨਾਲ ਧਰਮ ਚੱਲਦਾ ਹੋਇਆ ਦਿਖਾਈ ਨਹੀਂ ਦੇ ਰਿਹਾ। ਪ੍ਰਬੰਧਕੀ ਢਾਂਚਾ ਬਹੁਤਾਤ ਵਿੱਚ ਸਿੱਖੀ ਸਰੂਪ ਤੋਂ ਵਾਜਾ ਹੈ। ਸਿੱਖੀ ਸਰੂਪ ਦਾ ਪ੍ਰਚਾਰ ਤੇ ਵਾਧਾ ਹੋਏ ਭਵਿੱਖ ਅਜੇ ਤਾਂ ਉਸ ਵੱਲ ਦਿਖਾਈ ਨਹੀਂ ਦਿੰਦਾ। ਯੂਰਪ, ਅਮਰੀਕਾ ਤੇ ਕੈਨੇਡਾ ਦੀ ਤਰ੍ਹਾਂ ਵਿਆਪਕ ਤੌਰ ਤੇ ਕੀਰਤਨੀ ਜਥਿਆਂ ਦੀ ਆਮਦੋ ਰਫਤ ਨਹੀਂ ਹੈ। ਨਵੀਂ ਪਨੀਰੀ ਤੋਂ ਵੀ ਉਮੀਦਾਂ ਘੱਟ ਹਨ। ਬੀਜ ਨਾਸ ਤਾਂ ਨਹੀਂ ਹੋਇਆ। ਕੁਝ ਰਸਿਕ ਚਾਹਵਾਨ ਗੁਰਮਤੀਏ ਸਿੱਖ ਤਾਂ ਹਨ, ਪਰ ਇਹ ਆਟੇ ਵਿੱਚ ਲੂਣ ਦੀ ਤਰ੍ਹਾਂ ਨੇ। ਗੁਰਦੁਆਰੇ ਜ਼ਰੂਰ ਸੁੰਦਰ ਬਣੇ ਹਨ ਤੇ ਬਣ ਰਹੇ ਹਨ, ਪਰ ਗੁਰਦੁਆਰੇ ਐਸੀਆਂ ਟਕਸਾਲਾਂ ਹਨ ਜਿਸ ਵਿੱਚ ਸਿੱਖੀ ਦੇ ਸਿੱਖਿਆ ਨੂੰ ਘੜਨ ਦਾ ਕੰਮ ਨਹੀਂ ਹੋ ਰਿਹਾ। ਪੁਰਾਣੇ ਵਸਦੇ ਸਿੱਖਾਂ ਨੂੰ ਬਸ ਇਤਨਾ ਹੀ ਪਤਾ ਹੈ ਕਿ ਸਾਡੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਹਨ। ਬਾਕੀ ਬਾਣੀ ਬਾਣੇ ਤੋਂ ਖਾਲੀ ਹਨ। ਐਸੀ ਕੋਈ ਵਿਆਪਕ ਸੋਚਣੀ ਵੀ ਕੰਮ ਨਹੀਂ ਕਰ ਰਹੀ ਜਿਸ ਨਾਲ ਹਿਰਦੇ ਬਾਣੀ ਨਾਲ ਜੁੜਨ, ਤਨ ਤੇ ਬਾਣਾ ਪ੍ਰਗਟ ਹੋਵੇ। ਬਸ ਧਰਮ ਦਾ ਰਸਮੀ ਕਰਮਕਾਂਡ ਥੋੜਾ ਬਹੁਤ ਵੇਖਣ ਨੂੰ ਮਿਲਦਾ ਹੈ। ਸਤਿਗੁਰੂ ਜੀ ਉੱਥੇ ਵਸਦੇ ਰਸਿਕ ਸਿੱਖਾਂ ਦੇ ਹਿਰਦਿਆਂ ਨੂੰ ਪ੍ਰੇਰਨਾ ਦੇਣ ਤਾਂ ਕਿ ਸਿੱਖ ਆਪਣੇ ਬੁਨਿਆਦੀ ਸਿਧਾਂਤ ਨਾਲ ਜੁੜ ਸਕਣ। ਨਿਊਜ਼ੀਲੈਂਡ ਵਿੱਚ ਨਵੇਂ ਗਏ ਤੇ ਪੁਰਾਣੇ ਵਸਨੀਕ ਸਿੱਖ ਹਨ। ਪੁਰਾਣੇ ਅਧਿਕਤਰ ਆਪਣੀ ਸਿੱਖੀ ਦੀ ਪਹਿਚਾਣ ਗਵਾ ਬੈਠੇ ਹਨ। ਨਵੇਂ ਆਏ ਸਿੱਖਾਂ ਵਿੱਚ ਸਿੱਖੀ ਦਾ ਉਲਾਸ ਵੇਖਣ ਨੂੰ ਮਿਲਦਾ ਹੈ। ਪ੍ਰਬੰਧਕੀ ਢਾਂਚਾ ਤਸੱਲੀ ਬਖਸ਼ ਹੈ। ਵਿਆਪਕ ਰੂਪ ਵਿੱਚ ਦਿਸ਼ਾ ਸੇਧ ਦੇ ਸਕਣ ਐਸੀ ਤਾਂ ਉਮੀਦ ਨਹੀਂ, ਪਰ ਇਹ ਨਿਊਜ਼ੀਲੈਂਡ ਅੰਦਰ ਸਿੱਖੀ ਸਰੂਪ ਨੂੰ ਕਾਇਮ ਰੱਖ ਸਕਣ ਤਾਂ ਇਹ ਪ੍ਰਬੰਧਕੀ ਢਾਂਚੇ ਦੀ ਇੱਕ ਵੱਡੀ ਕਾਮਯਾਬੀ ਹੋਵੇਗੀ। ਆਕਲੈਂਡ ਦੇ ਗੁਰਦੁਆਰੇ ਵਿੱਚ ਪ੍ਰਬੰਧ ਨੂੰ ਜਿਸ ਤਰ੍ਹਾਂ ਚਲਾਇਆ ਗਿਆ ਹੈ, ਇਹ ਬਹੁਤ ਤਸੱਲੀ ਬਖਸ਼ ਹੈ। ਮਹਿਕ ਅਗਰ ਫੁੱਲ ਦੀਆਂ ਪੱਤੀਆਂ ਵਿੱਚੋਂ ਬਾਹਰ ਨਿਕਲ ਕੇ ਫੈਲੇ ਤਾਂ ਇਹ ਫੁੱਲ ਦਾ ਪਰਉਪਕਾਰ ਹੈ, ਪ੍ਰਚਾਰ ਹੈ। ਗੁਰਦੁਆਰੇ ਦੀ 4 ਦੀਵਾਰੀ ਅੰਦਰ ਚੱਲ ਰਹੇ ਸਤਸੰਗ ਦੀ ਫੁਲਵਾੜੀ ਵਿੱਚੋਂ ਰੱਬੀ ਗੁਣਾਂ ਦੀ ਮਹਿਕ ਸਾਡੇ ਸਤਸੰਗੀਆਂ ਦੇ ਜੀਵਨ ਵਿੱਚ ਡੁੱਲ ਪਵੇ ਤਾਂ ਹਰ ਸਤਸੰਗੀ ਚੱਲਦਾ ਫਿਰਦਾ ਪ੍ਰਚਾਰਕ ਬਣ ਸਕਦਾ ਹੈ। ਉਸ ਦੀ ਜੀਵਨ ਸ਼ੈਲੀ ਰੱਬੀ ਗੁਣਾਂ ਨੂੰ ਪ੍ਰਵਾਹਿਤ ਕਰਨ ਵਾਲਾ ਹਿਰਦਾ ਬਣ ਜਾਂਦੀ ਹੈ। ਸਤਿਗੁਰੂ ਐਸਾ ਵਾਤਾਵਰਨ ਬਣਾਉਣ ਵਿੱਚ ਮਦਦਗਾਰ ਹੋਣ ਕਿ ਅੰਦਰ ਬਣੇ ਰਾਜਸੀ ਹਾਲਾਤ ਦੇ ਕਾਰਨ ਅੱਧੇ ਸਿੱਖ ਦੂਸਰੇ ਦੇਸ਼ਾਂ ਵਿੱਚ ਚਲੇ ਗਏ ਹਨ। ਫਿਜੀ ਵਿੱਚ ਭਾਰਤੀਆਂ ਦੀ ਤਾਦਾਦ ਬਹੁਤ ਹੀ
ਹੋਣ ਕਰਕੇ ਭਾਰਤੀ ਸੱਭਿਅਤਾ ਤੇ ਭਾਸ਼ਾ ਜਿੰਦਾ ਦਿਖਾਈ ਦਿੰਦੀ ਹੈ। ਗੁਜਰਾਤੀ, ਬੰਗਾਲੀ ਤੇ ਯੂਪੀ ਦੇ ਵਾਸੀ ਵੀ ਇੱਥੇ ਕਾਫੀ ਤਾਦਾਦ ਵਿੱਚ ਵਸੇ ਹੋਏ ਹਨ। ਇਹਨਾਂ ਦੀ ਇਹ ਖੂਬੀ ਹੈ ਕਿ ਜਿੱਥੇ ਵੀ ਇਹ ਗਏ ਆਪਣੀ ਭਾਸ਼ਾ, ਸੰਸਕ੍ਰਿਤੀ ਤੇ ਧਰਮ ਨੂੰ ਨਾਲ ਲੈ ਕੇ ਗਏ। ਲੇਕਿਨ ਸਿੱਖ ਬਹੁਤਾਤ ਵਿੱਚ ਆਪਣੀ ਭਾਸ਼ਾ, ਸੰਸਕ੍ਰਿਤੀ ਤੇ ਧਰਮ ਨੂੰ ਨਾਲ ਰੱਖਣ ਵਿੱਚ ਸਮਰਥ ਨਹੀਂ ਹੋਇਆ। ਕੇਸਾਂ ਦੇ ਦਰਪਣ ਵਿੱਚੋਂ ਜੋ ਸਿੱਖੀ ਦਾ ਰੂਪ ਝਲਕਦਾ ਹੈ, ਉਹ ਦਰਪਣ ਬਹੁਤਾਤ ਵਿੱਚ ਟੁੱਟਿਆ ਹੋਇਆ ਹੈ। ਪ੍ਰਬੰਧਕੀ ਢਾਂਚਾ ਆਮ ਪੱਧਰ ਦਾ ਹੈ ਤੇ ਅਗਾਂਹ ਖਾਸ ਪੱਧਰ ਦੇ ਗੁਰਮਤਿ ਉਸਾਰੂ ਕੰਮ ਹੋ ਸਕਣ ਅਜਿਹਾ ਦਿਖਾਈ ਨਹੀਂ ਦਿੰਦਾ। ਪਰ ਜਿਵੇਂ ਕੁਦਰਤ ਦਾ ਨਿਯਮ ਹੈ ਕਿ ਉਹ ਬੀਜ ਨੂੰ ਬਚਾ ਕੇ ਰੱਖਦੀ ਹੈ, ਇੱਥੇ ਵੀ ਕੁਝ ਦਸ਼ਕ ਸਹੀ ਅਰਥਾਂ ਵਿੱਚ ਸਿੱਖ ਹਨ। ਫਿਲਪਾਈਨ ਇਸ ਦੇਸ਼ ਅੰਦਰ ਸਿੱਖਾਂ ਦੀ ਵਸੋਂ ਚੌਖੀ ਹੈ। ਸੁੰਦਰ ਗੁਰਦੁਆਰੇ ਸਿੱਖਾਂ ਦੇ ਨਗਰਾਂ ਅੰਦਰ ਬਣਾਏ ਹੋਏ ਹਨ। ਨੀਲਾ ਦਾ ਗੁਰਦੁਆਰਾ ਕਾਬਲੇ ਦੀਦ ਹੈ। ਸਿੱਖੀ ਉਮੰਗ ਦਰੰਗ ਦੇਖਣ ਨੂੰ ਮਿਲੀ। ਗੁਰਬਾਣੀ ਦੇ ਸੁਣਨ ਦਾ ਚਾਅ ਵੀ ਮੌਜੂਦ ਹੈ, ਪਰ ਸਿੱਖੀ ਸਰੂਪ ਬਹੁਤ ਹੀ ਨਿਰਾਸ਼ਾਜਨਕ ਹੈ। ਉਂਗਲੀਆਂ ਤੇ ਗਿਣੇ ਜਾਣ ਵਾਲੇ ਹੀ ਕੇਸਾਧਾਰੀ ਸਿੱਖ ਦਿਖਾਈ ਦਿੰਦੇ ਹਨ। ਪ੍ਰਬੰਧਕੀ ਢਾਂਚਾ ਸਤਸੰਗ ਦੀ ਲਹਿਰ ਚਲਾਉਣ ਵਿੱਚ ਯਤਨਸ਼ੀਲ ਹੈ, ਪਰ ਪੂਰਨ ਸਫਲਤਾ ਦਿਖਾਈ ਨਹੀਂ ਦਿੰਦੀ। ਸਿੱਖੀ ਦੇ ਵਿਸਥਾਰ ਲਈ ਹਾਲਾਤ ਆਮ ਪੱਧਰ ਤੇ ਹਨ। ਜਾਪਾਨ ਥੋੜੇ ਹੀ ਸਿੱਖੀ ਘਰਾਣਿਆਂ ਦੀ ਵਸੋਂ ਇਸ ਦੇਸ਼ ਵਿੱਚ ਹੈ ਔਰ ਸਾਰੇ ਹੀ ਅਮੀਰ ਕਾਰੋਬਾਰੀ ਹਨ। ਇੱਕ ਛੋਟੇ ਜਿਹੇ ਬਣਾਏ ਗੁਰਦੁਆਰੇ ਵਿੱਚ ਹਫ਼ਤੇ ਵਿੱਚ 2 ਦਫਾ ਸਤਸੰਗ ਦਾ ਪ੍ਰਵਾਹ ਚਲਾਉਂਦੇ ਹਨ। ਇਨ੍ਹਾਂ ਸਾਰਿਆਂ ਨੇ ਆਪਣੇ ਸਿੱਖੀ ਸਰੂਪ ਨੂੰ ਕਾਇਮ ਰੱਖਿਆ ਹੋਇਆ ਹੈ। ਬੇਕਾਂਕ ਦੀ ਤਰ੍ਹਾਂ ਇਹ ਵੀ ਪਿੱਛੋਂ ਗੁਜਰਾਂ ਵਾਲੇ ਲਾਇਲਪੁਰ ਤੇ ਪੋਠੋਹਾਰ ਦੇ ਇਲਾਕੇ ਵਿੱਚੋਂ ਆਏ ਹਨ, ਜਿਸ ਕਰਕੇ ਗੁਰਬਾਣੀ ਦਾ ਪਾਠ ਪਠਨ ਇਹਨਾਂ ਦੇ ਸੁਭਾਅ ਵਿੱਚ ਰਚਿਆ ਹੋਇਆ ਹੈ। ਪਰੰਤੂ ਗੁਰਬਾਣੀ ਦੀ ਸੂਝ-ਬੂਝ ਤੇ ਪ੍ਰਚਾਰ ਪ੍ਰਸਾਰ ਦਾ ਸ਼ੌਕ, ਸਮਾਂ ਤੇ ਉਦਮ ਨਹੀਂ ਹੈ। ਸਿੱਖੀ ਸਰੂਪ ਵਿੱਚ ਦਿਸਦੇ ਹੋਏ ਚੰਗੇ ਲੱਗਦੇ ਹਨ। ਗੁਰਬਾਣੀ ਪ੍ਰਕਾਸ਼ ਨੂੰ ਜਾਪਾਨ ਵਿੱਚ ਨਹੀਂ ਵੰਡ ਸਕੇ। ਸ਼ਾਇਦ ਇਸ ਤਰ੍ਹਾਂ ਦੀ ਪ੍ਰਬੰਧਕੀ ਢਾਂਚੇ ਦੀ ਉਮੰਗ ਨਹੀਂ ਹੈ। ਕਾਰੋਬਾਰੀ ਹੋਣ ਕਰਕੇ ਸਿੱਖੀ ਪ੍ਰਚਾਰ ਵਿੱਚ ਆਰਥਿਕ ਯੋਗਦਾਨ ਤਾਂ ਦਿੰਦੇ ਰਹਿੰਦੇ ਹਨ, ਪਰ ਇਸ ਯੋਗਦਾਨ ਨੂੰ ਪ੍ਰਫੁੱਲਿਤ ਹੋਇਆ ਕਿ ਨਹੀਂ ਦੇਖਣ ਦਾ ਉਹਨਾਂ ਪਾਸ ਸਮਾਂ ਨਹੀਂ ਹੈ। ਕੀਨੀਆ, ਤੰਜਾਨੀਆ, ਯੁਗੰਡਾ ਦੇ ਗੁਰਦੁਆਰੇ 1 ਸਦੀ ਪਹਿਲੇ ਅੰਗਰੇਜ਼ ਭਾਰਤ ਤੋਂ ਕਾਰੀਗਰ, ਟੈਕਨੀਸ਼ੀਅਨ ਤੇ ਕਿਰਤੀ ਬੰਦਿਆਂ ਨੂੰ ਰੇਲਵੇ ਲਾਈਨ ਵਿਛਾਉਣ ਵਾਸਤੇ ਇਹਨਾਂ ਉਪਰੋਕਤ ਮੁਲਕਾਂ ਵਿੱਚ ਲਿਆਏ ਸਨ। ਹੌਲੀ ਹੌਲੀ ਹਰ ਤਰ੍ਹਾਂ ਦੇ ਕਾਰੋਬਾਰੀ ਬੰਦਿਆਂ ਦਾ ਆਉਣਾ ਸ਼ੁਰੂ ਹੋ ਗਿਆ। ਇਸ ਨਾਲ ਸਿੰਘਾਂ ਦੀ ਵੀ ਚੰਗੀ ਚੋਖੀ ਤਾਦਾਦ ਰੋਜ਼ਗਾਰ ਲਈ ਪਹੁੰਚੀ। ਗੁਜਰਾਤੀ ਤੇ ਪੰਜਾਬੀਆਂ ਦੀ ਵਸੋਂ ਸੰਘਣੀ ਹੋ ਗਈ। ਸਿੰਘਾਂ ਵਿੱਚੋਂ 80% ਸਦੀ ਰਾਮਗੜੀਆ ਬਰਾਦਰੀ ਦੇ ਸਨ। ਮਿਹਨਤ ਮੁਸ਼ੱਕਤ ਕਰਕੇ ਸਿੰਘਾਂ ਦੇ ਪੈਰ ਟਿਕੇ ਤਾਂ ਉਹਨਾਂ ਦੇ ਪਰਿਵਾਰ ਦੀ ਆਮਦਨ ਵੀ ਸ਼ੁਰੂ ਹੋ ਗਈ। ਗੁਰੂ ਮਹਾਰਾਜ ਜੀ ਦੇ ਬਖਸ਼ਿਸ਼ ਕੀਤੇ ਹੋਏ ਸੁੰਦਰ ਸੁਭਾਅ ਅਨੁਸਾਰ ਇਹਨਾਂ ਸਿੰਘਾਂ ਨੇ ਗੁਰਦੁਆਰਿਆਂ ਦੀ ਸੁੰਦਰ ਉਸਾਰੀ ਕੀਤੀ। ਸੰਗਤ ਤੇ ਪੰਗਤ ਦੀਆਂ ਲਹਿਰਾਂ ਲੱਗ ਗਈਆਂ। ਰਿਹਾਇਸ਼ੀ ਮਕਾਨ ਤੇ ਗੁਰਦੁਆਰਿਆਂ ਦੀਆਂ ਆਲੀਸ਼ਾਨ ਇਮਾਰਤਾਂ ਸਿੰਘਾਂ ਦੀ ਸੰਪੰਨਤਾ ਦੀ ਰੂਪ ਰੇਖਾ ਪੇਸ਼ ਕਰਦੀਆਂ ਹਨ। ਬਹੁਤਾਤ ਵਿੱਚ ਸਿੱਖਾਂ ਨੇ ਸਿੱਖੀ ਸਰੂਪ ਬਚਾਈ ਰੱਖਿਆ, ਲੇਕਿਨ ਸਹਿਜੇ ਸਹਿਜੇ ਹਾਲਾਤ ਨੇ ਪਲਟਾ ਖਾਧਾ। ਤੰਜਾਨੀਆ ਵਿੱਚ ਕਮਿਊਨਿਜ਼ਮ ਆਇਆ ਤੇ ਯੁਗੰਡਾ ਵਿੱਚੋਂ ਈਦੀ ਅਮੀਨ ਨੇ ਸਾਰੇ ਭਾਰਤੀਆਂ ਨੂੰ ਬਾਹਰ ਕੱਢ ਦਿੱਤਾ। ਇਹਨਾਂ ਹਾਲਾਤਾਂ ਦਾ ਅਫਰੀਕਾ ਦੇ ਸਾਰੇ ਦੇਸ਼ਾਂ ਤੇ ਅਸਰ ਹੋਇਆ। ਖਾਸ ਕਰਕੇ ਸਿੱਖ ਬਹੁਤੀ ਤਾਦਾਦ ਵਿੱਚ ਇਹਨਾਂ ਦੇਸ਼ਾਂ ਤੋਂ ਨਿਕਲ ਕੇ UK, ਕੈਨੇਡਾ ਤੇ ਅਮਰੀਕਾ ਵਿੱਚ ਆਣ ਵਸੇ। ਕੁਝ ਭਾਰਤ ਵਾਪਸ ਪਰਤ ਗਏ। ਉਂਝ ਤਾਂ ਸਾਰੇ ਅਫਰੀਕਨ ਦੇਸ਼ਾਂ ਵਿੱਚ ਸਿੱਖਾਂ ਨੇ ਸਿੱਖੀ ਦਾ ਪਰਚਮ ਲਹਿਰਾਈ ਰੱਖਿਆ, ਪਰ ਵਿਸ਼ੇਸ਼ ਕਰਕੇ ਕੀਨੀਆ ਦੀ ਧਰਤੀ ਤੇ ਨਾਮ ਅਭਿਆਸ ਤੇ ਗੁਰਮੁਖ ਖੋਜੀ ਪੈਦਾ ਕੀਤੇ। ਇਸੇ ਹੀ ਗੁਰਮਤ ਦੀਆਂ ਉਸਾਰੂ ਰੁਚੀਆਂ ਕਰਕੇ ਮਕਿੰਡੋ ਦਾ ਗੁਰਦੁਆਰਾ ਤੀਰਥ ਸਥਲ ਬਣ ਗਿਆ। ਨੈਰੋਬੀ ਮੁੰਬਾਸਾ ਹਾਈਵੇ ਮੱਧ ਵਿੱਚ ਬਣਿਆ ਇਹ ਆਲੀਸ਼ਾਨ ਗੁਰਦੁਆਰਾ ਆਉਂਦੇ ਜਾਂਦੇ ਮੁਸਾਫਰਾਂ ਲਈ ਤੀਰਥ ਹੈ। ਇੱਥੇ 24 ਘੰਟੇ ਆਏ ਗਏ ਮੁਸਾਫਰਾਂ ਨੂੰ ਬੜੇ ਸੁਚੱਜੇ ਤੇ
ਸਵਾਦੀ ਢੰਗ ਨਾਲ ਪ੍ਰਸ਼ਾਦਾ ਛਕਾਇਆ ਜਾਂਦਾ ਹੈ। ਆਰਾਮ ਕਰਨ ਲਈ ਕੋਈ 50 ਦੇ ਕਰੀਬ ਕਮਰੇ ਵੀ ਹਨ। ਸਿੰਘਾਂ ਤੋਂ ਇਲਾਵਾ ਦਰਸ਼ਨਾਰਥੀਆਂ ਵਿੱਚ ਗੁਜਰਾਤੀ, ਹਿੰਦੂ ਤੇ ਮੁਸਲਮਾਨਾਂ ਦੀ ਤਾਦਾਦ ਕਾਫੀ ਹੁੰਦੀ ਹੈ। ਇਹ ਸਾਰੇ ਇੱਥੇ ਹੀ ਲੰਗਰ ਛਕਦੇ ਹਨ ਤੇ ਆਰਾਮ ਕਰਦੇ ਹਨ। ਗੁਰੂ ਨਾਨਕ ਦੇਵ ਜੀ ਦੇ ਸਾਂਝੀਵਾਲਤਾ ਦੇ ਆਦਰਸ਼ ਨੂੰ ਇਹ ਗੁਰਦੁਆਰਾ ਪ੍ਰਤੱਖ ਰੂਪ ਵਿੱਚ ਪੇਸ਼ ਕਰਦਾ ਹੈ। ਇਸ ਗੁਰਦੁਆਰੇ ਕਰਕੇ ਅਫਰੀਕਾ ਵਿੱਚ ਸਿੱਖੀ ਦੀ ਨੁਹਾਰ ਚਮਕਦੀ ਹੈ। ਅੰਬਾਸਾ ਦਾ ਗੁਰਦੁਆਰਾ ਵੀ ਸੰਗਤ, ਪੰਗਤ ਤੇ ਮੁਸਾਫਰਾਂ ਲਈ ਰਿਹਾਇਸ਼ੀ ਸਹੂਲਤਾਂ ਦੇ ਆਧਾਰ ਤੇ ਪੂਰਾ ਉਤਰ ਰਿਹਾ ਹੈ। ਪਨੀਰੀ ਦੀ ਸੰਭਾਲ ਲਈ ਅਫਰੀਕਨ ਸਿੱਖਾਂ ਨੇ ਗੁਰਦੁਆਰਿਆਂ ਵਿੱਚ ਸਕੂਲ ਚਲਾਉਣ ਦੀ ਕਾਮਯਾਬੀ ਹਾਸਲ ਕੀਤੀ। ਪ੍ਰਬੰਧਕੀ ਨਿਜ਼ਾਮ ਬਹੁਤਾ ਦੂਰ ਦ੍ਰਿਸ਼ਟ ਭਾਵੇਂ ਨਹੀਂ ਸੀ, ਫਿਰ ਵੀ ਆਪਣੇ ਘਰ ਦੀ ਦੇਖ ਰੇਖ ਵਿੱਚ ਸਫਲ ਰਿਹਾ। ਸਿੱਖ ਆਪਣੀ ਭਾਸ਼ਾ ਅਤੇ ਸੰਸਕ੍ਰਿਤੀ ਨਾਲ ਅਫਰੀਕਾ ਵਿੱਚ ਜਿਉਂਦੇ ਰਹੇ, ਲੇਕਿਨ ਅੱਜ ਦੇ ਬਣੇ ਅਫਰੀਕਨ ਦੇਸ਼ਾਂ ਦੇ ਹਾਲਾਤ ਕਰਕੇ ਸਿੱਖ ਵੀ ਉਥਲ-ਪੁਥਲ ਹੋਏ ਹਨ। ਤਨਜ਼ਾਨੀਆ, ਯੁਗੰਡਾ ਤੇ ਹੋਰ ਅਫਰੀਕਨ ਦੇਸ਼ਾਂ ਵਿੱਚ ਗੁਰਦੁਆਰੇ ਬਹੁਤਾਤ ਵਿੱਚ ਖਾਲੀ ਪਏ ਹਨ, ਜਿਨ੍ਹਾਂ ਵਿੱਚ ਕਦੀ ਸਤਸੰਗ ਦੀਆਂ ਝੜੀਆਂ ਲੱਗਦੀਆਂ ਸਨ। ਆਲੀਸ਼ਾਨ ਇਮਾਰਤਾਂ ਸਪੰਨਤਾ ਦਾ ਰੂਪ ਪੇਸ਼ ਕਰਦੀਆਂ ਸਨ। ਅੱਜ ਉਦਾਸੀ ਦਾ ਮਾਹੌਲ ਹੈ। ਸਿੱਖੀ ਤੇ ਸਤਸੰਗ ਦੀ ਥੋੜ੍ਹੀ ਬਹੁਤ ਝਲਕ ਕੀਨੀਆ ਵਿੱਚ ਬਾਕੀ ਰਹਿ ਗਈ ਹੈ। ਮਕਿੰਡੋ ਦਾ ਗੁਰਦੁਆਰਾ ਰਾਹਗੀਰਾਂ ਦੀਆਂ ਸਰੀਰਕ ਅਤੇ ਅਧਿਆਤਮਿਕ ਲੋੜਾਂ ਦੀ ਪੂਰਤੀ ਦਾ ਸਥਾਨ ਬਣਿਆ ਹੋਇਆ ਹੈ। ਇੰਗਲੈਂਡ ਦੇਸ਼ ਨੇ ਸਮੁੱਚੀ ਦੁਨੀਆ ਤੇ ਆਪਣੀ ਪ੍ਰਬਲ ਸਿਆਸੀ ਛਾਪ ਛੱਡੀ ਹੈ। ਇੱਕ ਛੋਟਾ ਜਿਹਾ ਦੇਸ਼ ਕਈ ਦੇਸ਼ਾਂ ਦਾ ਮਾਲਕ ਬਣ ਬੈਠਾ ਸੀ। ਵਿਦੇਸ਼ਾਂ ਵਿੱਚ ਵਸਦੇ ਸਿੱਖ ਅਧਿਕਤਰ ਇੰਗਲੈਂਡ ਵਿੱਚ ਹੀ ਹਨ। 200 ਸਾਲ ਭਾਰਤ ਤੇ ਰਾਜ ਕਰਨ ਕਰਕੇ ਭਾਰਤੀਆਂ ਦੇ ਦਿਲ ਦਿਮਾਗ ਤੇ ਅਜੇ ਵੀ ਰਾਜ ਕਰ ਰਹੇ ਹਨ। ਤੇ ਵੀ ਗਏ, ਆਪਣੀ ਭਾਸ਼ਾ ਤੇ ਸੱਭਿਅਤਾ ਨੂੰ ਨਾਲ ਲੈ ਕੇ ਗਏ। ਇਹਨਾਂ ਦੀ ਇਹ ਛਾਪ ਵਿਆਪਕ ਰੂਪ ਵਿੱਚ ਉਹਨਾਂ ਦੇਸ਼ਾਂ ਵਿੱਚ ਅੱਜ ਵੀ ਦਿਖਾਈ ਦਿੰਦੀ ਹੈ ਜਿੱਥੇ ਇਹਨਾਂ ਦਾ ਰਾਜ ਰਿਹਾ। ਇਹਨਾਂ ਦੇ ਰਾਜ ਕਾਲ ਦੌਰਾਨ ਹੀ ਸਿੱਖਾਂ ਦੀ ਆਮਦ ਸ਼ੁਰੂ ਹੋ ਗਈ ਸੀ, ਜੋ ਅੱਜ ਇੱਕ ਵਿਸ਼ਾਲ ਰੂਪ ਵਿੱਚ ਇੰਗਲੈਂਡ ਵਿੱਚ ਵਸੇ ਹੋਏ ਹਨ। ਆਪਣੇ ਧਾਰਮਿਕ ਜਜ਼ਬਿਆਂ ਕਰਕੇ ਵਿਆਪਕ ਰੂਪ ਵਿੱਚ ਸਿੱਖਾਂ ਨੇ ਗੁਰਦੁਆਰੇ ਬਣਾਏ ਹਨ। ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਉੱਪਰ ਇੰਗਲੈਂਡ ਵਿੱਚ ਵਸਦੇ ਸਿੱਖਾਂ ਦਾ ਹੀ ਪ੍ਰਭਾਵ ਹੈ। ਸਾਧੂ ਸੰਤਾਂ ਨੇ ਪੰਜਾਬ ਵਾਂਗ ਇੱਥੇ ਵੀ ਵਿਆਪਕ ਰੂਪ ਵਿੱਚ ਡੇਰੇ ਸਥਾਪਿਤ ਕੀਤੇ ਹੋਏ ਹਨ। ਸੰਗਤਾਂ ਵਿੱਚ ਧਾਰਮਿਕ ਜਜ਼ਬਾਤ ਪ੍ਰਬਲ ਹਨ। ਰਾਜਨੀਤੀ ਪ੍ਰਬਲ ਜਜ਼ਬਿਆਂ ਦੇ ਅਧੀਨ ਹੈ, ਲੇਕਿਨ ਪ੍ਰਬੰਧਕੀ ਨਿਜ਼ਾਮ ਵਿੱਚ ਰਾਜਨੀਤੀ ਹੀ ਪ੍ਰਧਾਨ ਹੈ। ਧਾਰਮਿਕ ਜਜ਼ਬੇ ਨਾਮਾਤਰ ਹੀ ਹਨ, ਜਿਸ ਕਰਕੇ ਗੁਰਦੁਆਰਿਆਂ ਵਿੱਚ ਲੜਾਈ ਝਗੜਾ ਕਲ ਕਲੇਸ਼ ਬਣਿਆ ਰਹਿੰਦਾ ਹੈ ਔਰ ਕੁਝ ਭੋਲੀਆਂ ਭਾਲੀਆਂ ਸੰਗਤਾਂ ਅਨਮਤੀਆਂ ਦੇ ਟੇਟੇ ਚੜ੍ਹ ਜਾਂਦੀਆਂ ਹਨ। ਬਹੁਤਾ ਧਨ ਅਦਾਲਤੀ ਝਗੜਿਆਂ ਤੇ ਹੀ ਖਰਚ ਹੁੰਦਾ ਰਹਿੰਦਾ ਹੈ। ਪ੍ਰਬੰਧਕੀ ਨਿਜ਼ਾਮ ਧਰਮ ਦੀ ਕੋਈ ਖਾਸ ਛੂਹ ਨਹੀਂ ਦੇ ਸਕਿਆ। ਫਿਰ ਵੀ ਸੰਗਤਾਂ ਵਿੱਚ ਨਾਮ ਅਭਿਆਸੀ ਰਸਿਕ ਜੀਵ ਦੇਖਣ ਨੂੰ ਮਿਲਦੇ ਹਨ। ਇਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦਾ ਪ੍ਰਤੱਖ ਪ੍ਰਤਾਪ ਦਿਖਾਈ ਦਿੰਦਾ ਹੈ। ਕਿਧਰੇ ਕਿਧਰੇ ਸਤਸੰਗੀਆਂ ਦੇ ਪ੍ਰਭਾਵ ਹੇਠ ਪ੍ਰਬੰਧਕੀ ਨਿਜ਼ਾਮ ਵੀ ਹਲੀਮ ਦਿਖਾਈ ਦਿੰਦਾ ਹੈ, ਜਿਸ ਤੋਂ ਯਕੀਨ ਹੁੰਦਾ ਹੈ ਕਿ ਅੱਗੇ ਚੱਲ ਕੇ ਇਹ ਕੁਝ ਉਸਾਰੂ ਕੰਮ ਕਰ ਸਕਣਗੇ। ਅਨੰਤ ਕਾਰਜ ਤੇ ਸਮਾਜਿਕ ਇਕੱਠ ਅੰਦਰ ਨਾਈ ਦੁਬਾਰਾ ਵਿਗਾੜਿਆ ਸਿੱਖਾਂ ਦਾ ਸਰੂਪ ਦੇਖ ਹੋਰ ਨਿਰਾਸ਼ਾ ਘੇਰਦੀ ਹੈ। ਇਹ ਤਾਦਾਦ ਅੰਦਾਜ਼ਨ 50% ਹੈ। ਅਗਰ ਸਮੇਂ ਸਿਰ ਉਸਾਰੂ ਢੰਗ ਨਾਲ ਦੇਖਭਾਲ ਨਾ ਹੋਈ ਤਾਂ ਨਵੀਂ ਪਨੀਰੀ ਗੁਰਮਤਿ ਤੋਂ ਬਹੁਤ ਦੂਰ ਜਾ ਸਕਦੀ ਹੈ। ਰਾਗੀ ਪ੍ਰਚਾਰਕਾਂ ਤੇ ਸਾਧੂ ਸੰਤਾਂ ਦੀ ਵਿਆਪਕ ਪੱਧਰ ਤੇ ਕੋਈ 3 ਦਹਾਕਿਆਂ ਤੋਂ ਆਮਦ ਚੱਲ ਰਹੀ ਹੈ, ਜਿਸ ਕਰਕੇ ਗੁਰਦੁਆਰਿਆਂ ਦੇ ਅੰਦਰ ਸਤਸੰਗ ਦੀ ਲਹਿਰ ਵੀ ਬਹੁਤਾਤ ਵਿੱਚ ਚੱਲ ਰਹੀ ਹੈ। ਰੋਜੀ ਰੋਟੀ ਦੀ ਭਾਲ ਲਈ ਆਏ ਕੀਰਤਨੀ ਕਥਾਵਾਚਕ ਗੁਰਮਤਿ ਦੀ ਸਹੀ ਰੂਪ ਰੇਖਾ ਰੱਖਣ ਵਿੱਚ ਸੰਕੋਚ ਕਰਦੇ ਹਨ। ਬਹੁਤਾਤ ਵਿੱਚ ਆਏ ਇਸ ਪੇਸ਼ੇ ਦੇ ਗੁਰਮਤਿ ਸੰਕੋਚੀਆਂ ਵਰਗਾ ਹੀ ਉਹਨਾਂ ਦਾ ਸੁਭਾਅ ਬਣ ਗਿਆ ਹੈ। ਧਰਮ ਦੀ ਸਿਰਫ ਚਰਚਾ ਕਰਨ ਵਾਲੇ ਤੇ ਰਾਜਨੀਤਿਕ ਪ੍ਰਬੰਧਾਂ ਦਾ ਹੀ ਦਬਦਬਾ ਹੈ। ਉਹਨਾਂ ਦਾ ਅਹੰਕਾਰ ਸੱਤਾ ਸਮੁੰਦਰ ਤੋਂ ਪਾਰ ਜਾਂਦਾ ਹੈ। ਇੱਕੇ ਦੁੱਕੇ ਗੁਰਮਤਿ ਸਾਧੂ ਨੂੰ ਛੱਡ ਬਾਕੀ ਸਾਧੂ ਸੰਤ ਆਪਣੀ ਹੀ ਸਿੱਖੀ ਦਾ ਦਾਇਰਾ ਵਸੀਹ ਕਰਨ ਤੇ ਆਪਣੀ ਹੋਂਦ ਨੂੰ ਪ੍ਰਗਟ ਕਰਨ ਵਿੱਚ ਰੁੱਝੇ ਹੋਏ ਹਨ।
ਪੰਜਾਬ ਵਰਗਾ ਹੀ ਸਿੱਖੀ ਵਾਤਾਵਰਨ ਇੱਥੇ ਦਿਖਾਈ ਦਿੰਦਾ ਹੈ। ਪੰਜਾਬ ਦੇ ਸਿੱਖਾਂ ਦੀ ਆਰਥਿਕ ਸੰਪੰਨਤਾ ਵਿੱਚ ਇੰਗਲੈਂਡ ਦੀ ਸਿੱਖੀ ਦਾ ਬਹੁਤ ਯੋਗਦਾਨ ਹੈ, ਪਰ ਇੰਗਲੈਂਡ ਵਿੱਚ ਸਿੱਖੀ ਦੀ ਸੁਗੰਧ ਦੂਰ ਦੁਰਾਡੇ ਤੱਕ ਫੈਲੇ ਐਸਾ ਕੁਝ ਦਿਖਾਈ ਨਹੀਂ ਦਿੰਦਾ। ਬਹੁ ਗਿਣਤੀ ਵਿੱਚ ਸਿੱਖ ਵਿਦੇਸ਼ਾਂ ਵਿੱਚ ਪੁੱਜਦੇ ਹੀ ਆਪਣੇ ਧਰਮ, ਭਾਸ਼ਾ ਤੇ ਸੰਸਕ੍ਰਿਤੀ ਨੂੰ ਤਿਲਾਂਜਲੀ ਦੇ ਦਿੰਦੇ ਹਨ। ਸਾਹਿਤਿਕ ਮਿਆਰ ਕੋਈ ਉੱਚਾ ਕਰ ਸਕਣ ਐਸਾ ਵੀ ਦਿਖਾਈ ਨਹੀਂ ਦਿੰਦਾ। ਭਾਵੇਂ ਸਿੱਖਾਂ ਕਰਕੇ ਹਰ ਸ਼ਹਿਰ ਵਿੱਚ ਪੰਜਾਬ ਤੇ ਪੰਜਾਬੀਅਤ ਦਿਖਾਈ ਦਿੰਦੀ ਹੈ, ਪਰ ਇਹ ਸਭ ਹੜ੍ਹ ਦਾ ਪਾਣੀ ਹੈ, ਅੱਖਾਂ ਦੀ ਅੱਗ ਹੈ। ਵਿਅਕਤੀਗਤ ਰੂਪ ਵਿੱਚ ਅਗਰ ਕੋਈ ਪ੍ਰਬੰਧਕ ਗੁਰਮਤਿ ਦੀ ਛਾਪ ਆਪਣੇ ਦਿਲ ਦਿਮਾਗ ਤੇ ਰੱਖਦਾ ਹੈ ਤਾਂ ਵੀ ਪ੍ਰਬੰਧਕੀ ਨਿਜ਼ਾਮ ਦੁਆਰਾ ਇਸ ਨੂੰ ਚਲਾਉਣ ਵਿੱਚ ਅਸਮਰਥ ਹੈ। ਇਸ ਮਾਦਾ ਪ੍ਰਸਤੀ ਦੇ ਦੌਰ ਵਿੱਚ ਇੰਗਲੈਂਡ ਅੰਦਰ ਵਸਦੇ ਰਸਿਕ ਤੇ ਅਭਿਆਸੀ ਸਿੱਖਾਂ ਨੂੰ ਵੇਖ ਸਤਿਗੁਰੂ ਜੀ ਇਹਨਾਂ ਰਾਹੀਂ ਕੋਈ ਕ੍ਰਾਂਤੀ ਲਿਆਉਣ ਤੇ ਇੰਗਲੈਂਡ ਦੇ ਸਿੱਖ ਘੱਟ ਤੋਂ ਘੱਟ ਸਮੁੱਚੇ ਯੂਰਪ ਵਿੱਚ ਸਿੱਖੀ ਦੀ ਛਾਪ ਵੰਡਣ ਤੇ ਸਿੱਖੀ ਦੀ ਮਾਣ ਮਰਿਆਦਾ ਵਧਾਉਣ ਵਿੱਚ ਸਫਲ ਹੋਣ। ਇਹੀ ਅਰਦਾਸ ਹੈ। ਰਹਿੰਦੇ ਵਿਦੇਸ਼ੀ ਗੁਰਦੁਆਰਿਆਂ ਬਾਰੇ ਵਿਚਾਰ ਅਸੀਂ ਅਗਲੇ ਵੀਡੀਓ ਵਿੱਚ ਸਾਂਝੇ ਕਰਾਂਗੇ। ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।